ਵੈਦ ਦੇ ਜਾਣ ਮਗਰੋਂ ਬਾਲਕ ਗੁਰੂ ਜੀ ਨੇ ਹੁਣ ਪਏ ਰਹਿਣਾ ਛੱਡ ਦਿੱਤਾ ਤੇ ਬਹੁਤ ਹੀ ਫਿਰਦੇ ਰਹਿਣ ਲੱਗ ਪਏ। ਸੋਚ ਕੇ ਇੱਕ ਦਿਨ ਮਹਿਤਾ ਕਾਲੂ ਜੀ ਨੇ ਪੁੱਤਰ ਨੂੰ ਕਿਹਾ, ਕਾਕਾ ਜੀਓ, ਤੁਸੀਂ ਹੁਣ ਸਿਆਣੇ ਹੋ ਗਏ ਹੋ ਤੇ ਮੈਂ ਵੇਖਦਾ ਹਾਂ ਜੋ ਤੁਸਾਂ ਨੂੰ ਫਿਰਨੇ ਤੁਰਨੇ ਦਾ ਸ਼ੌਂਕ ਏ, ਸੋ ਮੈਂ ਸੋਚਿਆ ਤੁਸੀਂ ਫਿਰਦੇ ਵੀ ਰਹੋ ਤੇ ਕੁਝ ਕਮਾਈ ਵੀ ਕਰੋ। ਇਸ ਕਰਕੇ ਮੇਰੀ ਸਲਾਹ ਹੈ ਕਿ ਤੁਸੀਂ ਫਿਰਨ ਤੁਰਨ ਦਾ ਹੀ ਕੰਮ ਕਰੋ। ਬਾਲਕ ਗੁਰੂ ਜੀ ਨੇ ਕਿਹਾ, ਜਿਵੇਂ ਤੁਸੀਂ ਆਖੋ। ਤਾਂ ਮਹਿਤਾ ਜੀ ਨੇ ਕਿਹਾ ਕਿ ਹਾਲੇ ਤੁਸੀਂ ਛੋਟਾ ਕੰਮ ਕਰੋ, ਨੇੜੇ ਦੇ ਨਗਰ ਚੂੜਕਿਆਣੇ ਜਾਓ, ਉੱਥੇ ਜਾ ਕੇ ਦੇਖੋ ਕੀ ਸੌਦੇ ਹਨ ਜੋ ਸਾਡੀ ਤਲਵੰਡੀ ਵਿੱਚ ਮਹਿੰਗੇ ਹਨ ਤੇ ਉੱਥੇ ਸਸਤੇ। ਸੋ ਕੋਈ ਜਿੰਸ ਖਰੀਦ ਕੇ ਲੈ ਕੇ ਆਓ, ਇੱਥੇ ਆਣ ਕੇ ਵੇਚ ਦੇਣੀ ਤਾਂ ਜੋ ਕੁਝ ਨਫਾ ਹੋ ਜਾਵੇ। ਇਸ ਤਰ੍ਹਾਂ ਜਦ ਤੁਸਾਨੂੰ ਨੇੜੇ ਤੋਂ ਸੌਦੇ ਲਿਆ ਕੇ ਵੇਚਣ ਦੀ ਜਾਚ ਆ ਜਾਵੇਗੀ, ਫਿਰ ਬਹੁਤੇ ਰੁਪਏ ਲੈ ਕੇ ਦਸੌਰਾਂ ਨੂੰ ਵਪਾਰ ਕਰਨ ਚਲੇ ਜਾਣਾ। ਦਸੌਰ ਕੀ ਹੁੰਦਾ ਹੈ? ਜੋ ਲੋਕ ਦੂਰ ਤਾਈਂ ਜਾ ਕੇ ਸੌਦਾ ਖਰੀਦ ਲਿਆਉਂਦੇ ਨੇ ਜਾਂ ਆਪਣੇ ਨਗਰੋਂ ਮਾਲ ਸੌਦਾ ਲੈ ਕੇ ਦੂਰ ਥਾਈਂ ਜਾ ਕੇ ਵੇਚਦੇ ਹਨ, ਤਾਂ ਘਰ ਦੇ ਲੋਕੀ ਆਖਦੇ ਨੇ ਫਲਾਣਾ ਦਸੌਰ ਗਿਆ ਏ, ਜਿਸ ਤੋਂ ਸਮਝ ਪੈ ਜਾਂਦੀ ਹੈ ਕਿ ਉਹ ਕਿਸੇ ਦੂਰ ਦੇਸ਼ ਨੂੰ ਗਿਆ ਹੈ ਵਪਾਰ ਕਰਨ ਲਈ। ਸੋ ਮਹਿਤਾ ਜੀ ਨੇ ਪੁੱਤ ਨੂੰ ਸਮਝਾਇਆ ਕਿ ਹਾਲੇ ਤਾਂ 12-13 ਕੋਹ ਤੇ ਚੂੜਕਿਆਣਾ ਹੈ, ਉੱਥੇ ਜਾਓ ਤੇ ਕੋਈ ਸੌਦਾ ਖਰੀਦ ਕੇ ਲੈ ਆਓ, ਪਰ ਪੂਰਾ ਧਿਆਨ ਦੇਣਾ ਕਿ ਸੌਦਾ ਖਰਾ ਹੋਵੇ, ਉਹੀ ਲੈ ਕੇ ਆਉਣਾ। ਤੁਸਾਂ ਚੰਗੀ ਤਰ੍ਹਾਂ ਵਿਚਾਰ ਲੈਣਾ ਕਿ ਸੌਦਾ ਖਰਾ ਹੋਵੇ, ਜਿਸ 'ਚ ਘਾਟਾ ਕਦੀ ਨਾ ਪਵੇ, ਉਹ ਸੌਦਾ ਬਿਹਾਜਣਾ। ਤੁਸੀਂ ਪਹਿਲੀ ਵੇਰੀ ਚੱਲੇ ਹੋ, ਨਾਲ ਬਾਲੇ ਨੂੰ ਲੈ ਜਾਓ, ਉਹ ਤੁਹਾਡੀ ਸੇਵਾ ਵੀ ਕਰੇਗਾ ਤੇ ਰਾਖੀ ਵੀ ਕਰੇਗਾ। ਬਾਲਕ ਗੁਰੂ ਜੀ ਨੇ ਹਾਂ ਕਰ ਦਿੱਤੀ ਤੇ 20 ਰੁਪਏ ਤੇ ਬਾਲੇ ਨੂੰ ਨਾਲ ਲੈ ਕੇ ਇੱਕ ਦਿਨ ਤੁਰ ਪਏ। ਮਹਿਤਾ ਜੀ ਬਾਰ-ਬਾਰ ਇਹੋ ਆਖਦੇ ਰਹੇ ਕਿ ਬੱਚਾ ਖਰਾ ਸੌਦਾ ਖਰੀਦਣਾ ਏ, ਜਿਸ 'ਚ ਤੋਟਾ ਨਾ ਪਵੇ, ਲਾਹਾ ਹੀ ਲਾਹਾ ਹੋਵੇ। ਦੋਏ ਜਾਣੇ ਤੁਰ ਪਏ। ਕੁਝ ਬਾਟ ਸੜਕੇ ਜਾ ਕੇ ਬਾਲ ਗੁਰੂ ਜੀ ਕੋਈ ਉਜਾੜ ਰਸਤੇ ਪੈ ਗਏ। ਉਂਝ ਤੁਰੇ ਗਏ ਚੂੜਕਿਆਣੇ ਦੀ ਸੇਧ ਉੱਤੇ। ਜਦ ਨਗਰ ਨੇੜੇ ਆ ਗਿਆ ਤਾਂ ਉੱਥੇ ਇੱਕ ਬਣ ਜਿਹਾ ਸੀ, ਉੱਚੀ ਥਾਂ ਸੀ, ਬੂਟੇ ਬ੍ਰਿਛ ਬੜੀ ਛਾਂ ਦੇ ਰਹੇ ਸਨ। ਉੱਥੇ ਕੁਝ ਸੁਆਹਾਂ ਮਲ ਕੇ ਬੈਠੇ ਧੂਣੀਆਂ ਤਪ ਰਹੇ ਸਾਧੂ ਵੇਖੇ। ਇਨ੍ਹਾਂ ਵਿੱਚ ਇੱਕ ਸਾਰਿਆਂ ਤੋਂ ਵੱਡਾ ਸਾਧੂ ਪਿਆ ਜਾਪਦਾ ਸੀ। ਇਹ ਸਭਨਾਂ ਦਾ ਮਹੰਤ ਸੀ। ਇਸ ਦੇ ਪਾਸ ਜਾ ਕੇ ਗੁਰੂ ਜੀ ਅਦਬ ਨਾਲ ਬੈਠ ਗਏ ਤੇ ਪੁੱਛਿਆ, ਇਹ ਜੀ ਤੁਸੀਂ ਕੀ ਕਰ ਰਹੇ ਹੋ? ਤਾਂ ਉਸ ਆਖਿਆ, ਅਸੀਂ ਤਪ ਕਰ ਰਹੇ ਹਾਂ। ਗੁਰੂ ਜੀ ਕਹਿੰਦੇ, ਤਪ ਕਾਸ ਲਈ ਕਰਦੇ ਹੋ? ਮਹੰਤ, ਇਸ ਲਈ ਜੋ ਸਰੀਰ ਦੀਆਂ ਭੁੱਖਾਂ ਜਿੱਤ ਲਈਏ ਤੇ ਸਾਡੀਆਂ ਲੋੜਾਂ ਦੁਨੀਆ ਦੇ ਲਾਲਚੀ ਲੋਕਾਂ ਵਾਂਗੂ ਨਾ ਰਹਿਣ। ਗੁਰੂ ਜੀ ਕਹਿਣ ਲੱਗੇ, ਫੇਰ ਕੀ ਤੁਹਾਨੂੰ ਪਰਮੇਸ਼ਰ ਮਿਲ ਪਏਗਾ? ਮਹੰਤ, ਨਹੀਂ, ਤਪ ਨਾਲ ਸਰੀਰ ਵਸ਼ ਹੋ ਜਾਂਦਾ ਹੈ, ਲੋਭ ਲਾਲਚ ਦੁੱਖ ਨਹੀਂ ਦਿੰਦੇ। ਗੁਰੂ ਜੀ, ਫੇਰ ਤੁਸੀਂ ਲੋਭ ਲਾਲਚ ਤੋਂ ਛੁੱਟ ਗਏ ਹੋ? ਸੁੱਖ ਨਾਲ ਅੰਨ ਪਾਣੀ ਤਾਂ ਰੋਜ਼ ਮਿਲ ਜਾਂਦਾ ਹੋ ਸੀ। ਮਹੰਤ, ਅੱਜ ਤਾਂ 3-4 ਦਿਨ ਹੋ ਗਏ, ਸਾਰੇ ਹੀ ਭੁੱਖੇ ਤਪ ਕਰ ਰਹੇ ਹਨ। ਪਰਮੇਸ਼ਰ ਜਦੋਂ ਚਾਹੇਗਾ ਆਪੇ ਘੱਲ ਦੇਵੇਗਾ। ਇਹ ਸੁਣ ਕੇ ਸਿਆਣੇ ਬਾਲਕ ਨੇ ਸੋਚਿਆ ਕਿ ਇਹ ਤਾਂ ਅੰਦਰੋਂ ਬਾਹਰੋਂ ਸੱਚੇ ਹਨ, ਜੋ 3-4 ਦਿਨ ਤੋਂ ਭੁੱਖੇ ਬੈਠੇ ਹਨ ਤੇ ਆਸ ਲਾਈ ਹੈ ਰੱਬ ਉੱਤੇ। ਦੇਖੋ, ਚੂੜਕਿਆਣਾ ਨੇੜੇ ਹੈ ਤੇ ਕੋਈ ਮੰਗਣ ਨੂੰ ਨਹੀਂ ਗਿਆ। ਇਹਨਾਂ ਲੋਕਾਂ ਨੂੰ ਜੇ ਅੰਨ ਪਾਣੀ ਲੈ ਦਈਏ ਤਾਂ ਰੋਟੀਆਂ ਪਕਾ ਕੇ ਖਾ ਲੈਣ ਤਾਂ ਭੁੱਖ ਨਿਵਰਤ ਹੋ ਕੇ ਸੁਖੀ ਹੋ ਜਾਣਗੇ। ਤਾਂ ਇਸ ਨਾਲੋਂ ਖਰਾ ਸੌਦਾ ਹੋਰ ਕੀ ਹੋ ਸੀ? ਇਹ ਅੰਨ ਖਾ ਕੇ ਭੁੱਖ ਦੇ ਦੁੱਖ ਤੋਂ ਸੁਖੀ ਹੋ ਜਾਣਗੇ। ਇਹੋ ਤਾਂ ਮਨੁੱਖ ਨੂੰ ਸਭ ਤੋਂ ਵੱਡਾ ਦੁੱਖ ਹੈ, ਭੁੱਖ ਦਾ ਦੁੱਖ। ਦੁੱਖ ਦੂਰ ਕਰਨਾ ਚੰਗਾ ਕੰਮ ਹੈ। ਲੋਕੀ ਵੀ ਆਖਦੇ ਹਨ, ਦੈ ਦੁਨੀਆ 70 ਆਖਰ। ਬਾਪੂ ਜੀ ਵੀ ਖੁਸ਼ ਹੋ ਜਾਣਗੇ ਕਿ ਮੈਂ ਦੁਨੀਆ 'ਚ 10 ਗੁਣਾ ਤੇ ਅੱਗੇ ਜਾ ਕੇ 70 ਗੁਣਾ ਨਫਾ ਦੇਣ ਵਾਲਾ ਵਪਾਰ ਕੀਤਾ ਈ। ਮੇਰਾ ਵੱਡਾ ਬਾਬਲ ਜਿਸਨੇ ਮੈਨੂੰ ਦੁਨੀਆ 'ਚ ਘੱਲਿਆ ਏ, ਉਹ ਵੀ ਖੁਸ਼ ਹੋਵੇਗਾ। ਖਬਰੇ ਉਹ ਮੈਨੂੰ ਇਹਨਾਂ ਦੇ ਪਾਲਣ ਵਾਸਤੇ ਰਸਤਿਓਂ ਲਾਂਭੇ ਵੱਲ ਖਿੱਚ ਕੇ ਲੈ ਆਇਆ ਏ।
ਉਸ ਦੀ ਖੁਸ਼ੀ ਤਾਂ ਸਾਰਿਆਂ ਨਫਿਆਂ ਤੋਂ ਵੱਡਾ ਨਫਾ ਏ। ਸੋ ਬਾਲਕ ਗੁਰੂ ਜੀ ਨੇ 20 ਰੁਪਏ ਮਹੰਤ ਦੇ ਅੱਗੇ ਧਰ ਦਿੱਤੇ। ਬਾਲੇ ਨੇ ਮਨਾ ਕੀਤਾ, ਪਰ ਆਪ ਦੇ ਦਿਲ ਨੂੰ ਏਡੀ ਵੱਡੀ ਮਨੁੱਖਾਂ ਦੀ ਜਮਾਤ ਦਾ 3-4 ਦਿਨਾਂ ਤੋਂ ਭੁੱਖੇ ਬੈਠੇ ਹੋਣਾ ਤੇ ਰੱਬ ਦੀ ਆਸ ਤੇ ਬਿਨ ਘਬਰਾਏ ਬੈਠੇ ਹੋਣਾ ਐਸੇ ਤਰਸ ਵਿੱਚ ਲੈ ਗਿਆ ਕਿ ਬਾਲੇ ਨੂੰ ਕਹਿਣ ਲੱਗੇ, ਬਾਲਾ, ਬਾਪੂ ਜੀ ਨੇ ਸਭ ਤੋਂ ਖਰਾ ਸੌਦਾ ਕਿਹਾ ਸੀ। ਮਨੁੱਖੀ ਦਿਲ ਦੀ ਪੀੜਾ ਤੇ ਮਨੁੱਖੀ ਸਰੀਰ ਦੀ ਪੀੜਾ ਹਰਨੀ, ਦੂਰ ਕਰਨੀ ਸਭ ਤੋਂ ਖਰਾ ਸੌਦਾ ਇਹੋ ਹੈ। ਸੋ ਜਦ ਬਾਲੇ ਤੋਂ ਰੁਪਏ ਲੈ ਕੇ ਗੁਰੂ ਜੀ ਨੇ ਤਪ ਕਰ ਰਹੇ ਸੰਤਾਂ ਦੇ ਮਹੰਤ ਅੱਗੇ ਰੱਖ ਦਿੱਤੇ, ਤਦ ਮਹੰਤ ਨੇ ਗੱਭਰੂ ਦੇ ਚਿਹਰੇ ਵੱਲ ਨਜ਼ਰ ਭਰ ਤੱਕਿਆ ਤੇ ਫੇਰ ਆਖਿਆ, ਹੇ ਸੋਹਣੇ ਆਤਮਾ ਵਾਲੇ, ਰੁਪਏ ਅਸਾਂ ਦੇ ਕਿਸ ਕੰਮ ਹਨ? ਅਸੀਂ ਛੱਡ ਛਡਾ ਕੇ ਦੁਨੀਆ ਤੋਂ ਵੱਖਰੇ ਹੋ ਕੇ ਇਸ ਜੰਗਲ 'ਚ ਤਪ ਕਰ ਰਹੇ ਹਾਂ। ਅਸਾਂ ਆਪਣੀ ਆਸ ਪਰਮੇਸ਼ਰ ਤੇ ਧਰੀ ਹੋਈ ਹੈ, ਉਹ ਭੇਜਦਾ ਹੈ ਤਾਂ ਖਾਂਦੇ ਹਾਂ। ਤੁਸਾਂ ਨੂੰ ਵੀ ਉਸ ਨੇ ਘੱਲਿਆ ਹੋ, ਪਰ ਤੁਸੀਂ ਘਰੋਂ ਕਿਸੇ ਕੰਮ ਆਏ ਹੋ, ਸੋ ਰੁਪਏ ਕਿਸੇ ਹੋਰ ਕਾਰਜ ਲਈ ਹੋਣੇ ਹਨ। ਜੇ ਸਾਨੂੰ ਦੇ ਗਏ ਤਾਂ ਮਾਤਾ ਪਿਤਾ ਘਰ ਦੇ ਬੰਦੇ ਗੁੱਸੇ ਹੋਣਗੇ। ਤਾਂ ਗੁਰੂ ਜੀ ਬੋਲੇ, ਹੇ ਨਿਰੰਕਾਰੀ ਬਾਬਲ ਦੀ ਟੇਕ ਤੇ ਰਹਿਣ ਵਾਲਿਓ, ਮੇਰੇ ਪਿਤਾ ਜੀ ਨੇ ਮੈਨੂੰ ਰੁਪਏ ਦਿੱਤੇ ਸਨ ਕਿ ਮੈਂ ਕੋਈ ਖਰਾ ਸੌਦਾ ਕਰਾਂ। ਮੇਰੀ ਜਾਚੇ ਇਸ ਤੋਂ ਖਰਾ ਸੌਦਾ ਹੋਰ ਕੋਈ ਨਹੀਂ ਹੋ ਸਕਦਾ ਕਿ ਕਰਤਾਰ ਦੀ ਆਸ ਤੇ ਬੈਠੇ ਪੁਰਖਾਂ ਦੀ 3-4 ਦਿਨ ਦੀ ਭੁੱਖ ਦੂਰ ਕਰ ਦਿਆਂ। ਭੁੱਖ ਇੱਕ ਦੁੱਖ ਹੈ, ਦੁੱਖ ਦੂਰ ਕਰਨ ਜੈਸਾ ਸੌਦਾ ਕਿਹੜਾ ਏ? ਮਹੰਤ ਕਹਿੰਦਾ, ਹੇ ਪਰਮੇਸ਼ਰ ਦੀ ਜੋਤ ਵਾਲੇ ਗੱਭਰੂ, ਤੇਰੀ ਵਿਚਾਰ ਤੇਰੀ ਵਡਿਆਈ ਦੱਸਦੀ ਏ, ਪਰ ਕਿਤੇ ਇਹ ਨਾ ਹੋਵੇ ਕਿ ਸਾਨੂੰ ਰਜਾ ਜਾਵੇਂ ਤੇ ਘਰ ਗਿਆ ਤੋਂ ਬਾਬਲ ਗੁੱਸੇ ਹੋਵੇ। ਗੁਰੂ ਜੀ ਕਹਿਣ ਲੱਗੇ, ਮੈਂ ਤਾਂ ਬਾਬਲ ਦੀ ਆਗਿਆ ਪਾਲਣੀ ਹੈ, ਮੈਨੂੰ ਇਸ ਤੋਂ ਹੋਰ ਵਡੇਰਾ ਖਰਾ ਸੌਦਾ ਕੋਈ ਦਿਸ ਹੀ ਨਹੀਂ ਰਿਹਾ। ਮਹੰਤ ਕਹਿੰਦਾ, ਫਿਰ ਅਸਾਂ ਰੁਪਏ ਨਹੀਂ ਲੈਣੇ। ਜੇਕਰ ਤੁਸਾਂ ਦਾ ਵਿਚਾਰ ਸਾਡੀ ਪਾਲਣਾ ਦਾ ਹੈ ਤਾਂ ਰਸਦ ਲੈ ਆਓ। ਇਹ ਸੁਣ ਕੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਬਾਲੇ ਨੂੰ ਨਾਲ ਲੈ ਕੇ ਨਗਰੀ ਵਿੱਚ ਚਲੇ ਗਏ। ਇਸ ਨਗਰੀ ਦਾ ਨਾਮ ਚੂੜਕਿਆਣਾ ਹੈ। ਉੱਥੋਂ ਇੱਕ ਹੱਟੀ ਤੋਂ ਚਾਵਲ, ਆਟਾ, ਘਿਓ, ਦਾਲਾਂ ਆਦਿ ਖਾਣੇ ਦੀਆਂ ਸਭ ਚੀਜ਼ਾਂ ਖਰੀਦ ਲਈਆਂ ਤੇ ਲਦਵਾ ਕੇ ਨਾਲ ਲੈ ਆਏ ਤੇ ਮਹੰਤ ਦੇ ਅੱਗੇ ਰੱਖ ਦਿੱਤੀਆਂ ਤੇ ਆਖਿਆ, ਲਓ ਜੀ, ਭੋਜਨ ਤਿਆਰ ਕਰਵਾਓ ਤੇ ਖਾਓ ਪੀਓ। ਤਦ ਮਹੰਤ ਨੇ ਫੇਰ ਆਦਰ ਤੇ ਪਿਆਰ ਵਾਲੀਆਂ ਅੱਖਾਂ ਨਾਲ ਤੱਕਿਆ ਤੇ ਆਖਿਆ, ਹੇ ਜਗਤ ਪੀੜ ਨੂੰ ਆਪਣੀ ਪੀੜ ਸਮਝਣ ਵਾਲੇ ਕੁਮਾਰ, ਤੁਸੀਂ ਹੁਣ ਜਾਓ ਤੇ ਇਹ ਸਾਧੂ ਆਪ ਦਾ ਲਿਆਂਦਾ ਭੋਜਨ ਆਪ ਪਕਾ ਕੇ ਛਕਣਗੇ। ਤਦੋਂ ਰੱਬ ਦੇ ਪਿਆਰੇ ਗੁਰੂ ਨਾਨਕ ਸਾਹਿਬ ਜੀ ਉੱਥੋਂ ਵਾਪਸ ਆਪਣੇ ਪਿੰਡ ਤਲਵੰਡੀ ਨੂੰ ਤੁਰ ਪਏ। ਉਹਨਾਂ ਦੇ ਚਲੇ ਜਾਣ ਮਗਰੋਂ ਮਹੰਤ ਦੇ ਪਾਸ ਬੈਠੇ ਕੁਝ ਸਾਧੂਆਂ ਨੇ ਪੁੱਛਿਆ ਕਿ ਇਹ ਬਾਲਕ ਬੜਾ ਹੀ ਨਰਮ ਦਿਲ ਵਾਲਾ ਸੀ, ਪਰਮੇਸ਼ਰ ਦੇ ਭਾਵ ਵਾਲਾ ਸੀ, ਤੁਸਾਂ ਆਪੇ ਕਿਉਂ ਇਸ ਨੂੰ ਛੇਤੀ ਤੋੜ ਦਿੱਤਾ? ਇਸ ਗੱਲ ਦਾ ਜੋ ਉੱਤਰ ਮਹੰਤ ਜੀ ਨੇ ਦਿੱਤਾ, ਉਹ ਸਾਡੇ ਇੱਕ ਦਾਨੇ ਤੇ ਉੱਚੇ ਕਵੀਸ਼ਰ ਭਾਈ ਸੰਤੋਖ ਸਿੰਘ ਜੀ ਨੇ ਇਉਂ ਲਿਖਿਆ ਹੈ, ਇਹ ਕੋ ਪਰਮ ਪੁਰਖ ਸੁਖਦਾਈ, ਕਲਾਵਾਨ ਗਿਆਨੀ ਗੁਣਖਾਨੀ, ਦੁਰਿਓ ਰਹਿ ਗਤ ਪਰਹਿ ਨਾ ਜਾਨੀ, ਭਇਓ ਅਸੈ ਮੁਝ ਤੇਜ ਪ੍ਰਭਾਉ, ਯਾਤੇ ਦੀਨੀ ਜਾਨ ਰਜਾਊ। ਇਹ ਗੱਲ ਜੋ ਕਵੀ ਸੰਤੋਖ ਸਿੰਘ ਜੀ ਨੇ ਲਿਖੀ ਹੈ, ਸਾਡੀ ਪੰਜਾਬੀ ਬੋਲੀ ਵਿੱਚ ਨਹੀਂ, ਇਸ ਬੋਲੀ ਦਾ ਨਾਮ ਬ੍ਰਿਜ ਭਾਸ਼ਾ ਹੈ। ਕਵੀ ਜੀ ਨੇ ਇਸ ਬੋਲੀ 'ਚ ਸਾਡੇ 10 ਹੀ ਗੁਰੂ ਸਾਹਿਬਾਨਾਂ ਦੇ ਹਾਲ ਲਿਖੇ ਹਨ। ਇਹ ਬੋਲੀ ਜਰਾ ਔਖੇਰੀ ਹੈ, ਪਰ ਉਸ ਸਮੇਂ ਸਾਡੇ ਪੰਜਾਬੀ ਪੜ੍ਹੇ ਲਿਖੇ ਇਸ ਬੋਲੀ 'ਚ ਲਿਖਿਆ ਪੜ੍ਹਿਆ ਕਰਦੇ ਸਨ। ਇਸ ਆਪ ਦੇ ਉਚਾਰੇ ਵਾਕਾਂ ਦਾ ਮਤਲਬ ਇਹ ਹੈ, ਮਹੰਤ ਨੇ ਆਖਿਆ, ਇਹ ਕੁਮਾਰ ਬਾਲਕ ਜੋ ਸਾਨੂੰ ਰਸਦਾਂ ਲੈ ਕੇ ਦੇ ਗਿਆ ਹੈ, ਮੇਰੀ ਜਾਚੇ ਕੋਈ ਪੂਰਨ ਪੁਰਖ ਹੈ। ਪੂਰਨ ਪੁਰਖ ਉਸ ਨੂੰ ਕਹੀਦਾ ਹੈ ਜੋ ਸਭ ਮਨੁੱਖਾਂ ਦੇ ਦੇਵਤਿਆਂ ਤੋਂ, ਪੈਗੰਬਰਾਂ ਤੋਂ ਉੱਚਾ ਹੁੰਦਾ ਹੈ। ਇਹ ਪਰਮ ਪੁਰਖ ਹੈ ਤੇ ਸੁਖਦਾਤਾ ਹੈ, ਦੁਨੀਆ ਨੂੰ ਸੁੱਖ ਦੇਣ ਆਇਆ ਹੈ। ਫਿਰ ਆਖਿਆ, ਸੋ ਕਲਾਵਾਨ ਹੈ। ਫਿਰ ਆਖਿਆ, ਉਸ ਕਲਾਵਾਨ ਹੈ। ਕਲਾਵਾਨ ਆਖਦੇ ਨੇ ਜਿਸ ਵਿੱਚ ਸਰੀਰ ਦੀ ਤਾਕਤ ਤੋਂ ਵੱਧ ਕੇ ਮਨ ਦੀਆਂ ਤੇ ਆਤਮਾ ਦੀਆਂ ਤਾਕਤਾਂ ਹੋਣ।
ਫਿਰ ਗਿਆਨੀ ਆਖਿਆ। ਗਿਆਨੀ ਤੋਂ ਇੱਥੇ ਉਹ ਅਰਥ ਨਹੀਂ ਜੋ ਅੱਜ ਕੱਲ੍ਹ ਦੇ ਬਾਲਕ ਇਮਤਿਹਾਨ ਪਾਸ ਕਰਦੇ ਨੇ। ਗਿਆਨੀ ਦਾ ਅਸਲ ਅਰਥ ਹੈ ਉਹ ਜੋ ਪਰਮੇਸ਼ਰ ਦੀਆਂ ਗੱਲਾਂ, ਉਸ ਦੇ ਗੁਣ ਮਿਲਣ ਦੀ ਜਾਚ ਜਾਣਦਾ ਹੋਵੇ। ਫਿਰ ਗੁਣ ਖਾਨੀ ਆਖਿਆ ਹੈ ਜਿਸ ਵਿੱਚ ਸਾਰੇ ਗੁਣ ਹੋਣ, ਇਉਂ ਜਿਵੇਂ ਕਿ ਖਾਣ ਹੁੰਦੀ ਹੈ। ਖਾਣ ਉਸ ਨੂੰ ਆਖਦੇ ਨੇ ਜਿੱਥੇ ਕੋਈ ਸ਼ੈ ਅਮੁੱਕ ਹੋਵੇ ਤੇ ਨਿਕਲਦੀ ਹੀ ਰਹੇ। ਜੇ ਕੋ ਲੋਹੇ ਦੀ ਖਾਣ ਵਿੱਚੋਂ ਲੋਹਾ ਨਿਕਲਦਾ ਹੀ ਰਹਿੰਦਾ ਹੈ ਤੇ ਸੋਨੇ ਦੀ ਖਾਣ ਵਿੱਚੋਂ ਸੋਨਾ। ਜੋ ਮਹੰਤ ਆਖਦਾ ਹੈ ਕਿ ਗੁਣ ਤਾਂ ਕਈਆਂ 'ਚ ਹੁੰਦੇ ਨੇ, ਪਰ ਇਸ ਵਿੱਚ ਸਾਰੇ ਗੁਣ ਤੇ ਸਾਰੀਆਂ ਚੰਗੀਆਂ ਗੱਲਾਂ ਇੰਨੀਆਂ ਹਨ ਕਿ ਮੁੱਕਦੀਆਂ ਹੀ ਨਹੀਂ। ਇਹ ਲੋਕਾਂ ਨੂੰ ਦੇ ਦੇ ਕੇ, ਰਜਾ ਕੇ ਆਪ ਫੇਰ ਉਸ ਤਰ੍ਹਾਂ ਗੁਣਾਂ ਦੀ ਖਾਣ ਰਹੇਗਾ। ਪੁੱਛਣ ਵਾਲੇ ਨੇ ਕਿਹਾ ਕਿ ਹੈਂ, ਏਡਾ ਵੱਡਾ ਹੈ ਤਾਂ ਫਿਰ ਇੱਕ ਬਾਲਕ ਦੇ ਰੂਪ ਵਿੱਚ ਸਿੱਧਾ ਪੱਧਰਾ ਹੋ ਕੇ ਹੋਰ ਗੱਭਰੂਆਂ ਵਾਂਗ ਕਿਉਂ ਫਿਰਦਾ ਰਹਿੰਦਾ ਹੈ? ਉਸ ਦੀ ਪੁੱਛ ਦੇ ਉੱਤਰ ਵਿੱਚ ਮਹੰਤ ਨੇ ਅਗਲੇ ਵਾਕ ਕਹੇ ਕਿ ਦੁਰਿਓ ਰਹਿ ਲੁਕਿਆ ਰਹਿੰਦਾ ਏ। ਆਪਣੀ ਮਨ ਦੀ ਤੇ ਆਤਮਾ ਦੀ ਕਲਾ ਨੂੰ, ਆਪਣੇ ਗਿਆਨ ਨੂੰ, ਆਪਣੇ ਗੁਣਾਂ ਨੂੰ ਲੁਕੋ ਰੱਖਿਆ ਸੋ, ਪਰ ਇਹ ਸਮਝ ਨਹੀਂ ਪੈਂਦੀ ਕਿ ਕਿਉਂ ਲੁਕੋ ਰੱਖਿਆ ਸੋ। ਪਰ ਉਸ ਵਿੱਚ ਤੇਜ ਹੈ ਜੋ ਲੁਕਿਆ ਹੋਇਆ ਵੀ ਮੈਥੋਂ ਲੁਕ ਨਾ ਸਕਿਆ। ਮੈਂ ਪਛਾਣ ਲਿਆ ਸੀ, ਇਹ ਮਾਮੂਲੀ ਮਨੁੱਖ ਨਹੀਂ, ਇਹ ਭਾਰਾ ਤੇਜਸਵੀ ਅਰਥਾਤ ਤੇਜ ਵਾਲਾ ਗੋਬਿੰਦ ਰੂਪ ਹੈ। ਉਹ ਤੇਜ ਐਸਾ ਸੀ ਕਿ ਮੈਂ ਉਸ ਨੂੰ ਝੱਲ ਨਹੀਂ ਸਕਦਾ। ਇਸ ਕਰਕੇ ਮੈਂ ਕਿਹਾ ਕਿ ਦਰਸ਼ਨ ਹੋ ਗਏ, ਬਹੁਤ ਸੁਖੀ ਹੋ ਗਿਆ। ਇਸ ਦਾ ਦਿੱਤਾ ਭੋਜਨ ਹੁਣ ਪਾਵਾਂਗੇ। ਦਾਤਾ ਅੱਗੇ ਵੀ ਇਹੋ ਦਿੰਦਾ ਏ, ਅੱਜ ਆਪ ਦੇਣ ਆ ਗਿਆ ਏ। ਸੋ ਹੁਣ ਇਹ ਵਿਦਾ ਹੋ ਜਾਣ ਤਾਂ ਜੋ ਮਤਾ ਵਧੇਰੇ ਤੇਜ ਨੂੰ ਮੈਂ ਝੱਲ ਨਾ ਸਕਾਂ। ਤੇਜ ਕੀ ਹੁੰਦਾ ਏ? ਤੇਜ ਹੁੰਦਾ ਏ ਕਿ ਅੱਗ ਬਲਦੀ ਜਾਂ ਭਖਦੀ ਹੈ, ਉਸ ਦਾ ਤੇਜ ਫੈਲਦਾ ਏ। ਉਹ ਹੁੰਦਾ ਏ ਉਸ ਦਾ ਚਾਨਣਾ ਗਰਮੀ ਨਾਲ ਮਿਲਿਆ ਹੋਇਆ। ਜਿਵੇਂ ਸੂਰਜ ਚੜ੍ਹਦਾ ਏ ਤਾਂ ਉਸ ਦਾ ਤੇਜ ਚਮਕਾ ਮਾਰਦਾ ਏ। ਰਾਤ ਨੂੰ ਉਸ ਦਾ ਤੇਜ ਓਲੇ ਹੋ ਜਾਂਦਾ ਏ, ਚੰਦਰਮਾ ਚਮਕਦਾ ਏ, ਪਰ ਉਸ ਨੂੰ ਤੇਜ ਨਹੀਂ ਆਖੀਦਾ। ਤੇਜ ਬੜਾ ਤਾਕਤ ਵਾਲਾ ਚਾਨਣ ਹੁੰਦਾ ਏ। ਸੋ ਇਸ ਤਰ੍ਹਾਂ ਆਤਮਾ ਦਾ ਤੇਜ ਹੁੰਦਾ ਏ। ਆਤਮਾ ਸਾਡੇ ਸਰੀਰ ਦੀ ਅੰਦਰਲੀ ਜਿਉਂਦੀ ਤਾਕਤ ਨੂੰ ਆਖਦੇ ਨੇ। ਉਹ ਆਤਮਾ ਇੱਕ ਤਰ੍ਹਾਂ ਦਾ ਚਾਨਣ ਹੁੰਦਾ ਏ। ਉਹ ਤਾਂ ਸਾਰਿਆਂ ਦੇ ਅੰਦਰ ਹੈ, ਪਰ ਜੋ ਰੱਬ ਜੀ ਦੇ ਪਿਆਰੇ ਹੁੰਦੇ ਨੇ ਉਹਨਾਂ ਦੇ ਆਤਮਾ 'ਚ ਤੇਜ ਹੁੰਦਾ ਹੈ। ਇਹ ਤੇਜ ਦੂਜਿਆਂ ਨੂੰ ਭਲੇ ਪਾਸੇ ਲਾ ਲੈਂਦਾ ਹੈ। ਮਹੰਤ ਆਪ ਤਪ ਕਰਨ ਵਾਲਾ ਤੇ ਪਰਮੇਸ਼ਰ ਨੂੰ ਪਿਆਰ ਕਰਨ ਵਾਲਾ ਬੰਦਾ ਸੀ। ਉਸ ਦੇ ਮਨ ਨੇ ਗੁਰੂ ਦਾ ਤੇਜ ਪਰਖ ਲਿਆ ਸੀ ਤੇ ਇਹ ਵੀ ਪਰਖ ਲਿਆ ਸੀ ਕਿ ਇਹ ਮੇਰੇ ਤੋਂ ਬਹੁਤ ਹੀ ਉੱਚੇ ਹਨ ਤੇ ਐਡੇ ਤੇਜ ਵਾਲੇ ਹਨ ਕਿ ਮੇਰੇ ਤੋਂ ਇਹ ਤੇਜ ਬਹੁਤ ਚਿਰ ਤਾਈਂ ਝੱਲਿਆ ਨਹੀਂ ਜਾਣਾ। ਇਹੋ ਗੱਲ ਜਨਮ ਸਾਖੀ 'ਚ ਇਉਂ ਲਿਖੀ ਹੈ। ਤਾਂ ਮਹੰਤ ਕਹਿਆ, ਸੁਨੋ अतीतो, वो ते आप निरंकार था, हमारी खबर के वास्ते आया था। हमने तो अपना सीधा लेना सी उस वास्ते, सेवा ना थी करवानी। उसका तेज हमारे ते चलिया ना जाता था, इस वास्ते हमने उसको विदा देइए।